अस्सलाम वालेकुम। पंजाबी ਵਿੱਚ ਸਾਡਾ ਜਿਹੜਾ ਕੋਰਸ ਪੀਐਮਐਸ ਦਾ ਹੈ ਥੋੜਾ ਕਰਕੇ ਰਹਿ ਗਿਆ ਸੀ ਕਿਉਂ ਜੇ ਪੀਐਮਐਸ ਸੀਐਸਐਸ ਤੇ ਉਹਦੇ ਵਿੱਚ ਜਿਹੜੀ ਕੰਬਾਈਨਡ ਟੌਪਿਕਸ ਹਨ ਉਹ ਤੇ ਮੈਂ ਤੁਹਾਨੂੰ ਕਰਾ ਦਿੱਤੇ ਨੇ। ਸੂਫੀ ਸ਼ਾਇਰੀ ਹੋ ਗਈ, ਕਲਾਸਿਕ ਸ਼ਾਇਰੀ ਦੀ ਜਦੀਦ ਸ਼ਾਇਰੀ ਹੋ ਗਈ ਜਾਂ ਹੋਰ ਚੀਜ਼ਾਂ ਇਸਲਾਮੀਆ ਦਾ ਵਗੈਰਾ। ਤੇ ਜਿਹੜੇ ਹੁਣ ਟੌਪਿਕਸ ਪੀਐਮਐਸ ਵਿੱਚ ਵੱਖਰੇ ਨੇ ਤੇ ਉਹ ਸੀਐਸਐਸ ਵਿੱਚ ਨਹੀਂ ਹਨ ਤੇ ਮੈਂ ਹੁਣ ਤੁਹਾਨੂੰ ਵਾਰੀ ਉਹ ਟੌਪਿਕਸ ਕਰਾਵਾਂਗੀ। ਠੀਕ ਹੈ, ਪਹਿਲੇ ਅਸੀਂ ਗੱਲ ਕਰਾਂਗੇ ਨਸਰ ਦੀ ਜਿਹੜੀ ਪੀਐਮਐਸ ਵਿੱਚ ਹੈ ਤੇ ਸੀਐਸਐਸ ਵਿੱਚ ਨਹੀਂ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਕੁਝ ਡਰਾਮੇ ਅਫਸਾਨੇ ਜਾਂ ਨਾਵਲ ਵਗੈਰਾ ਆਉਂਦੇ ਨੇ। ਤੇ ਪਹਿਲਾ ਡਰਾਮਾ ਅਸੀਂ ਕਰਾਂਗੇ ਜੀ ਅਸ਼ਫਾਕ ਅਹਿਮਦ ਦਾ ਟਾਹਲੀ ਦੇ ਥੱਲੇ। ਡਰਾਮਾ ਨੂੰ ਵੇਖਦੇ ਜੀ, ਡਰਾਮਾ ਲਫ਼ਜ਼ ਜਿਹੜਾ ਯੂਨਾਨੀ ਲਫ਼ਜ਼ ਹੈ ਡਰਾਓ ਤੋਂ ਨਿਕਲਿਆ ਤੇ ਇਹਦੇ ਮਾਨੀ ਨੇ ਕੁਝ ਕਰਕੇ ਵਿਖਾਉਣਾ। ਠੀਕ ਹੈ, ਤੇ ਅਦਬੀ ਜ਼ੁਬਾਨ ਵਿੱਚ ਡਰਾਮਾ ਇਸ ਕਹਾਣੀ ਕਿਸੇ ਨੂੰ ਆਖਿਆ ਜਾਂਦਾ ਹੈ ਜਿਹੜਾ ਪਹਿਲੇ ਕਾਗਜ਼ 'ਤੇ ਲਿਖਿਆ ਜਾਵੇ ਤੇ ਫਿਰ ਸਟੇਜ 'ਤੇ ਅਮਲੀ ਤੌਰ 'ਤੇ ਕਰਕੇ ਵਿਖਾਇਆ ਜਾਏ। ਕਿਉਂਕਿ ਪਹਿਲੇ ਜਿਹੜਾ ਸਨ ਨਾ ਰੇਡੀਆਈ ਡਰਾਮੇ ਸਨ, ਰੇਡੀਓ ਉੱਤੇ ਨਸ਼ਰ ਹੁੰਦੇ ਸਨ ਜਾਂ ਸਟੇਜ ਡਰਾਮੇ ਹੁੰਦੇ ਸਨ। ਅਤੇ ਪਹਿਲੇ ਕੋਈ ਵੀ ਚੀਜ਼ ਹੈ ਤੁਸੀਂ ਉਹਨੂੰ ਕਾਗਜ਼ ਪੈਨਸਿਲ ਨਾਲ ਲਿਖੋਗੇ। ਠੀਕ ਹੈ, ਕਾਗਜ਼ 'ਤੇ ਲਿਖੋਗੇ, ਉਹਦਾ ਇੱਕ ਕਹਾਣੀ ਦਾ ਖਾਕਾ ਬਣਾਓਗੇ ਅਤੇ ਫਿਰ ਹੀ ਉਹਨੂੰ ਨਾ ਸਟੇਜ 'ਤੇ ਅਮਲੀ ਤੌਰ 'ਤੇ ਕਰਕੇ ਵਿਖਾਓਗੇ। ਅਤੇ ਇਸ ਤਰ੍ਹਾਂ ਇਹ ਡਰਾਮੇ ਹੁੰਦੇ ਸਨ ਸ਼ੁਰੂ 'ਚ। ਫਿਰ ਰੇਡੀਓ ਨੇ ਕਰਕੇ ਵਿਖਾਉਣ ਨੂੰ ਇੱਕ ਗੈਰ ਮਹਿਸੂਸ ਤਰੀਕੇ ਨਾਲ ਸੁਣਾਉਣ ਵਿੱਚ ਬਦਲ ਦਿੱਤਾ ਕਿਉਂਕਿ ਰੇਡੀਓ ਵਿੱਚ ਅਸੀਂ ਵੇਖ ਤਾਂ ਨਹੀਂ ਸਕਦੇ, ਅਸੀਂ ਸਿਰਫ ਸੁਣ ਸਕਦੇ ਹਾਂ। ਅਤੇ ਉਹਦੇ ਵਿੱਚ ਸਮਾਜ ਅਤੇ ਬਸਾਰਤ ਦੇ ਨਾਲ ਕੰਮ ਆਉਂਦਾ ਹੈ। ਠੀਕ ਹੈ, ਇਹ ਹੋ ਗਿਆ ਜੀ ਡਰਾਮੇ ਦੀ ਥੋੜ੍ਹੀ ਜਿਹੀ ਡੈਫੀਨੇਸ਼ਨ ਕਹਿ ਲਓ। ਅੱਛਾ, ਇਹਦੇ ਵਿੱਚ ਥੋੜ੍ਹਾ ਫਿਰ ਅਸੀਂ ਗੱਲ ਕਰਾਂਗੇ ਜੀ ਇਹਨਾਂ ਦੀ ਅਸ਼ਫਾਕ ਅਹਿਮਦ ਦੀ, ਕਿਉਂਕਿ ਅਸ਼ਫਾਕ ਅਹਿਮਦ ਦਾ ਬੜਾ ਨਾਂ ਹੈ, ਮੋਸਟਲੀ ਇਹਨਾਂ ਉੱਤੇ ਸਵਾਲ ਆ ਜਾਂਦਾ। ਜੇ ਤੁਸੀਂ ਪਾਸਟ ਪੇਪਰ ਦੇਖੋ ਤਾਂ ਤੁਹਾਡੇ ਕੋਲ ਕੋਈ ਨਾ ਕੋਈ ਸਵਾਲ ਪਾਸਟ ਪੇਪਰ ਵਿੱਚ ਅਸ਼ਫਾਕ ਅਹਿਮਦ ਦੇ ਆ ਜਾਂਦਾ। ਉਹਨਾਂ ਦੀ ਹਯਾਤੀ ਉੱਤੇ ਜਹਾਦ ਅਸੀਂ ਪਾਵਾਂਗੇ ਜੀ। ਜੰਪਲ ਹੈ ਜੀ, 1925 ਵਿੱਚ ਉਹ ਪੈਦਾ ਹੋਏ ਨੇ ਫਿਰੋਜ਼ਪੁਰ ਵਿੱਚ, ਜ਼ਿਲ੍ਹਾ ਫਿਰੋਜ਼ਪੁਰ। ਠੀਕ ਹੈ, ਵਾਲਿਦ ਦਾ ਨਾਂ ਡਾਕਟਰ ਮੁਹੰਮਦ ਖਾਨ ਸੀ, ਵੈਟਨਰੀ ਡਾਕਟਰ ਸਨ। ਦੂਜੀ ਗੱਲ ਹੈ ਕਿ ਪੀਐਮਐਸ ਵਿੱਚ ਇੱਕ ਸਵਾਲ ਆਉਂਦਾ ਹੈ ਜਿਹੜਾ 10 ਨੰਬਰ ਦਾ ਸਵਾਲ ਹੁੰਦਾ, ਇੱਕ ਲਾਈਨ ਦਾ ਜਾਂ ਇੱਕ ਲਫ਼ਜ਼ ਦਾ ਉਹ ਸਵਾਲ ਹੁੰਦਾ, ਸ਼ਾਰਟ ਕੁਐਸਚਨ ਜਾਂ ਆਬਜੈਕਟਿਵ ਟਾਈਪ ਕਹਿ ਲਓ ਤੁਸੀਂ। ਉਹਦੇ ਵਿੱਚ ਸਵਾਲ ਤੁਹਾਨੂੰ ਆਏਗਾ, MCQs ਨਹੀਂ ਹੁੰਦੇ, ਉਹ ਫਿਲਿੰਗ ਦਾ ਬਲੈਂਕਸ ਵੀ ਨਹੀਂ ਹੁੰਦੇ। ਠੀਕ ਹੈ, ਉਸ ਸਵਾਲ ਤੁਹਾਨੂੰ ਪੁੱਛਿਆ ਉਹਨਾਂ ਨੇ ਅਤੇ ਤੁਸੀਂ ਉਹਦਾ ਜਵਾਬ ਦੇਣਾ ਇੱਕ ਲਾਈਨ ਵਿੱਚ, ਇੱਕ ਵਰਡ ਵਿੱਚ। ਜਿਵੇਂ ਪੁੱਛ ਲਿਆ ਜੀ ਅਸ਼ਫਾਕ ਅਹਿਮਦ ਦੇ ਵਾਲਿਦ ਦਾ ਕੀ ਨਾਂ ਸੀ, ਅਸ਼ਫਾਕ ਅਹਿਮਦ ਕਿਸ ਜਗ੍ਹਾ ਪੈਦਾ ਹੋਏ। ਠੀਕ ਹੈ, ਇਸ ਤਰ੍ਹਾਂ ਦੇ ਸਵਾਲ ਇੱਕ ਲਾਈਨ ਦੇ ਸਵਾਲ ਆਉਂਦੇ ਨੇ ਅਤੇ ਤੁਸੀਂ ਉਹਦੇ ਜਵਾਬ ਦੇਣੇ। ਡੈਫੀਨੇਟਲੀ MCQ ਥੋੜ੍ਹੇ ਈਜ਼ੀ ਹੁੰਦੇ ਨੇ ਕਿ ਤੁਹਾਨੂੰ ਪਤਾ ਹੁੰਦਾ, ਆਪਸ਼ਨਸ ਮਿਲੇ ਹੁੰਦੇ ਨੇ ਅਤੇ ਤੁਹਾਨੂੰ ਰੀਕਾਲ ਹੋ ਜਾਂਦਾ। ਪਰ ਇਸ ਸਵਾਲ ਵਿੱਚ ਨਾ ਤੁਹਾਨੂੰ ਰੀਕਾਲ ਨਹੀਂ ਹੋਗਾ ਕਿ ਤੁਸੀਂ ਚੀਜ਼ਾਂ ਆਪਣੇ ਆਪ ਤੋਂ ਲਿਖਣੀਆਂ ਨੇ, ਕਿ ਤੁਹਾਨੂੰ ਯਾਦ ਹੈ ਤਾਂ ਤੁਸੀਂ ਲਿਖ ਦੋਗੇ, ਨਹੀਂ ਯਾਦ ਤਾਂ ਤੁਸੀਂ ਕੁਛ ਹਿੰਟ ਆਏਗਾ ਤਾਂ ਲਿਖ ਦੋਗੇ, ਅਦਰਵਾਈਜ਼ ਅੱਲਾ ਖੈਰ ਸੱਲਾ। ਖੈਰ, ਦੂਜੇ ਇਹਨਾਂ ਦੀ ਜੀ ਵਾਲਿਦ ਦਾ ਨਾਂ ਹੋ ਗਿਆ। ਪਹਿਲਾ ਰਸਾਲਾ ਇਹਨਾਂ ਨੇ ਜਿਹੜਾ ਲਿਖਿਆ ਸੀ ਜੀ ਦਾਸਤਾਨ ਗੋ ਸੀ। ਅਤੇ ਜਦੋਂ ਇਹ ਆਏ ਮਾਡਲ ਰੋਡ ਉੱਤੇ ਅਤੇ ਫਿਰ ਇਹਨਾਂ ਨੇ ਲੈਲੋ ਨਹਾਰ ਰਸਾਲੇ ਦਾ ਐਡੀਟਰ ਹੋ ਗਏ। ਠੀਕ ਹੈ, ਤਲਕੀਨ ਸ਼ਾਹ ਇਹਨਾਂ ਦਾ ਬੜਾ ਇੱਕ ਮਜ਼ਾਹੀਆ ਅਤੇ ਤੰਜ਼ੀਆ ਪ੍ਰੋਗਰਾਮ ਸੀ। ਬਾਕੀ ਤੁਸੀਂ ਇਨ ਡੀਟੇਲ ਪੜ੍ਹ ਸਕਦੇ ਹੋ, ਮੈਂ ਤੁਹਾਨੂੰ ਬੜਾ ਸ਼ਾਰਟ ਕਰਕੇ ਦੱਸ ਰਹੀ ਹਾਂ। ਠੀਕ ਹੈ, ਅਦਬੀ ਕੰਮਕਾਜ ਵਿੱਚ ਆ ਜਾਂਦਾ ਇਹਨਾਂ ਦਾ ਦਾਸਤਾਨ ਗੋ ਰਸਾਲਾ। ਮਾਡਲ ਟਾਊਨ ਲਾਹੌਰ ਤੋਂ ਇਹਨਾਂ ਨੇ ਜਾਰੀ ਕੀਤੇ ਅਤੇ ਫਿਰ ਰਸਾਲਾ ਲੈਲੋ ਨਹਾਰ ਦੇ ਐਡੀਟਰ ਹੋ ਗਏ। ਠੀਕ ਹੈ, ਅਦਬੀ ਜਹਿਤਾਂ ਵੀ ਹਨ ਜੀ ਅਸ਼ਫਾਕ ਅਹਿਮਦ ਹੋਰਾਂ ਦਾ ਮਜ਼ਾਹੀਆ ਅਤੇ ਤੰਜ਼ੀਆ ਪ੍ਰੋਗਰਾਮ ਤਲਕੀਨ ਸ਼ਾਹ। ਅਤੇ 25 ਵਰ੍ਹੇ ਤੱਕ ਜਿਹੜਾ ਨਾ ਰੇਡੀਓ ਪਾਕਿਸਤਾਨ ਤੋਂ ਨਸ਼ਰ ਹੁੰਦਾ ਰਿਹਾ, 25 ਸਾਲ ਤੋਂ। ਠੀਕ ਹੈ, ਰੇਡੀਓ ਲਈ ਡਰਾਮੇ ਉਹਨਾਂ ਨੇ ਲਿਖੇ ਜੀ ਟਾਹਲੀ ਦੇ ਥੱਲੇ, ਡੈਫੀਨੇਟਲੀ ਉੱਚੇ ਬੁਰਜ ਲਾਹੌਰ ਦੇ। ਅਤੇ ਉਰਦੂ ਵਿੱਚ ਉਹਨਾਂ ਨੇ ਲਿਖੇ ਸ਼ਹਿਰ ਆਰਜ਼ੂ। ਇਸ ਤਰ੍ਹਾਂ ਦੇ ਉਹਨਾਂ ਨੇ ਮਸ਼ਹੂਰ ਡਰਾਮੇ ਲਿਖੇ ਨੇ। ਇਹਦੇ ਉੱਤੇ ਸਵਾਲ ਆ ਸਕਦਾ ਕਿ ਤੁਸੀਂ ਕਿਹੜੇ ਉਹਨਾਂ ਦੇ ਮਸ਼ਹੂਰ ਡਰਾਮੇ ਨੇ ਉਰਦੂ ਵਿੱਚ ਜਾਂ ਪੰਜਾਬੀ ਵਿੱਚ। ਠੀਕ ਹੈ, ਫਿਰ ਅੱਗੇ ਆਉਂਦਾ ਜੀ ਟੈਲੀਵਿਜ਼ਨ ਲਈ ਡਰਾਮੇ ਉਹਨਾਂ ਨੇ ਲਿਖੇ ਨੇ। ਬਹੁਤ ਸਾਰੇ ਡਰਾਮੇ ਲਿਖੇ ਨੇ, ਕਾਰਵਾਂ ਸਰਾਏ, ਹੈਰਤ ਕਦਾ, ਸ਼ਹਿਰ ਆਰਜ਼ੂ, ਕਿਲਾ ਕਹਾਣੀ, ਤੋਤਾ ਕਹਾਣੀ, ਮੰਚਲੇ ਕਾ ਸੌਦਾ, ਉਸਤਾਨੀ ਰਾਹਤ ਕੀ ਕਹਾਣੀ, ਫਹਿਮੀਦਾ ਕੀ ਜ਼ੁਬਾਨੀ। ਇਸ ਤਰ੍ਹਾਂ ਦੇ ਸੋਹਣੇ ਇਹਨਾਂ ਨੇ ਡਰਾਮੇ ਲਿਖੇ ਨੇ। ਫਿਰ ਅਫਸਾਨੇ ਵੀ ਇਹਨਾਂ ਲਿਖੇ, ਇੱਕ ਮੁਹੱਬਤ ਸੌ ਅਫਸਾਨੇ ਅਤੇ ਉਜਲੇ ਫੂਲ। ਠੀਕ ਹੈ, ਗੁਡਰੀਆ ਨੂੰ ਉਰਦੂ ਅਦਬ ਦਾ ਸ਼ਾਹਕਾਰ ਆਖਿਆ ਹੈ, ਗੁਡਰੀਆ। ਠੀਕ ਹੈ, ਇਹਦੇ ਉੱਤੇ ਵੀ ਸਵਾਲ ਆ ਸਕਦਾ ਕਿ ਜੀ ਗੁਡਰੀਆ ਕੀ ਹੈ ਜਾਂ ਉਹਨੂੰ ਕੀ ਕਿਹਾ ਜਾਂਦਾ ਹੈ।
ਤੇ ਉਹਨੂੰ ਉਰਦੂ ਅਦਬ ਦਾ ਸ਼ਾਹਕਾਰ ਕਿਹਾ ਜਾਂਦਾ। ਫਿਰ ਇਹਨਾਂ ਨੇ ਫਿਲਮ ਵੀ ਲਿਖੀ ਹੈ। ਅੱਛਾ, ਨਾਵਲ ਵੀ ਇਹਨਾਂ ਨੇ ਲਿਖੇ ਨੇ। ਨਾਵਲ ਵਿੱਚ ਵੀ ਕਿਹੜਾ ਜੀ, ਮਹਿਮਾਨ ਬਹਾਰ ਇਹ ਨਾਵਲ ਇਹਨਾਂ ਨੇ ਲਿਖਿਆ। ਅਤੇ ਇਹ ਜਿਹੜਾ ਨਾਵਲ ਸੀ ਨਾ, ਫਿਰ ਇਹਨਾਂ ਨੇ ਫੇਅਰਵੈਲ ਟੂ ਵਾਰ ਇਹਦਾ ਤਰਜਮਾ ਕੀਤਾ ਵਦਾਏ ਜੰਗ, ਠੀਕ ਹੈ। ਉਰਦੂ ਵਿੱਚ ਇਹਨਾਂ ਨੇ ਵਦਾਏ ਜੰਗ ਦੇ ਨਾਂ ਨਾਲ ਇਹਦਾ ਤਰਜਮਾ ਕੀਤਾ। ਫਿਲਮ ਵੀ ਇਹਨਾਂ ਨੇ ਲਿਖੀ। ਫਿਲਮ ਦਾ ਨਾਂ ਹੈ ਜੀ ਧੂਪ ਔਰ ਸਾਏ, ਜਿਹਦੀ ਹੀਰੋਇਨ ਸੀ ਮੁਨੱਵਰ ਰਫੀਕ, ਠੀਕ ਹੈ। ਇਹਨਾਂ ਦੀ ਬੀਵੀ ਅਸ਼ਫਾਕ ਅਹਿਮਦ ਦੀ ਬੀਵੀ ਦਾ ਨਾਂ ਹੈ ਜੀ ਬਾਨੋ ਕੁਦਸੀਆ। ਉਹਨਾਂ ਦੀ ਮਸ਼ਹੂਰ ਅਦਬੀ ਕਿਤਾਬ ਹੈ ਰਾਜਾ ਗਿੱਧ। ਮਰਨ ਸੇਜ ਜੀ ਮਾਡਲ ਟਾਊਨ ਲਾਹੌਰ ਵਿੱਚ ਫੌਤ ਹੋਏ ਨਾ, ਉੱਥੇ ਇਹਨਾਂ ਨੂੰ ਦਫਨਾਇਆ ਗਿਆ 2004 ਵਿੱਚ, ਠੀਕ ਹੈ। ਹੁਣ ਅਸੀਂ ਥੋੜ੍ਹਾ ਜਿਹਾ ਵੇਖਾਂਗੇ ਜੀ, ਵੇਰਵਾ ਕਰਾਂਗੇ ਕਿ ਪੰਜਾਬੀ ਵਿੱਚ ਇਹਨਾਂ ਨੇ ਕੀ ਕੀਤਾ ਹੈ ਡਰਾਮੇ ਦਾ। ਟਾਹਲੀ ਦੇ ਥੱਲੇ ਦਾ ਡਰਾਮਾ ਕੀ ਹੈ ਨਾ, ਐਕਚੁਅਲੀ ਕੀ ਗੱਲਾਂ ਕੀਤੀਆਂ ਨੇ ਅਤੇ ਉਹਨਾਂ ਦੀ ਥੀਮ ਕੀ ਸੀ। ਅੱਛਾ, ਇਹਦੇ ਵਿੱਚ ਕੀ ਹੈ ਨਾ ਜੀ, ਟਾਹਲੀ ਦੇ ਥੱਲੇ ਤੁਹਾਨੂੰ ਇਸ ਵਰਡ ਤੋਂ ਵੀ ਬੜਾ ਸਮਝ ਆਏਗਾ ਕਿ ਜੀ ਟਾਹਲੀ ਕੀ ਹੁੰਦਾ। ਇਟਸ ਕਾइंड ऑफ अ ਦਰਖਤ ਜਾਂ ਸ਼ਾਖ ਜਾਂ ਕੋਈ ਐਸੇ ਪੇੜ ਕਹਿ ਲਓ ਤੁਸੀਂ, ਕਿ ਉਹਦੇ ਥੱਲੇ ਬਹਿ ਕੇ ਟਾਹਲੀ ਦੇ ਥੱਲੇ, ਇਹ ਮਤਲਬ ਪਿੰਡ ਵਿੱਚ ਜਿਹੜੇ ਹੁੰਦੇ ਨੇ ਲੋਕੀ ਵੱਡੇ ਵਡੇਰੇ ਜਾਂ ਆਪਸ ਬੱਚੇ ਵੀ ਜਾਂ ਔਰਤਾਂ ਜਾਂ ਮਾਵਾਂ ਸਾਰੇ ਨਾ, ਐਸੀ ਇੱਕ ਫੈਮਿਲੀ ਹੁੰਦੀ ਹੈ। ਪੂਰਾ ਪਿੰਡ ਇੱਕ ਐਸੀ ਫੈਮਿਲੀ ਹੁੰਦਾ ਕਿ ਉਹਨਾਂ ਦੇ ਕਾਮਨ ਪੁਆਇੰਟ ਹੁੰਦਾ ਟਾਹਲੀ। ਉਹਦੇ ਥੱਲੇ ਬਹਿ ਕੇ ਧੁੱਪ ਛਾਂ ਵਿੱਚ ਜਿਹੜਾ ਨਾ ਉਹ ਆਪਣੇ ਦਿਨ ਦੀਆਂ ਗੱਲਾਂ ਸ਼ੇਅਰ ਕਰਦੇ ਨੇ, ਜਾਂ ਹੋਰ ਬਹੁਤ ਸਾਰੇ ਗਾਉਂ ਦੀਆਂ ਗੱਲਾਂ, ਜਿਹੜਾ ਪਿੰਡ ਦੀਆਂ ਗੱਲਾਂ ਹੁੰਦੀਆਂ ਨੇ, ਉਹ ਆਪਸ ਵਿੱਚ ਇੱਕ ਦੂਸਰੇ ਨਾਲ ਗੱਲਾਂ ਕਰਦੇ ਨੇ। ਜਾਂ ਆਪਸ ਵਿੱਚ ਕੋਈ ਵੀ ਕੋਈ ਮਸਲਾ ਹੋ ਜਾਂਦਾ, ਕੋਈ ਖੁਸ਼ੀ ਗਮੀ ਹੁੰਦੀ ਹੈ, ਅਤੇ ਟਾਹਲੀ ਇੱਕ ਉਹਨਾਂ ਦਾ ਇਹੋ ਜਿਹਾ ਕਾਮਨ ਪੁਆਇੰਟ ਹੁੰਦਾ ਜਾਂ ਮਰਕਜ਼ ਹੁੰਦਾ ਹੈ, ਜਿਹਦੇ ਥੱਲੇ ਬਹਿ ਕੇ ਉਹ ਪੂਰੇ ਪਿੰਡ ਦੀਆਂ ਆਪਸ ਵਿੱਚ ਗੱਲਾਂ ਕਰਦੇ ਨੇ। ਅਤੇ ਪਿੰਡ ਦੀ ਤਹਿਜ਼ੀਬ ਨੂੰ ਦੱਸਦਾ ਕਿ ਪੇਂਡੂ ਤਹਿਜ਼ੀਬ ਹੀ ਸਾਡੀ ਹੈ ਕਿ ਜੀ ਕਿਸੇ ਇੱਕ ਪੁਆਇੰਟ 'ਤੇ ਬਹਿ ਕੇ, ਕਿਸੇ ਥੜੇ ਉੱਤੇ ਬਹਿ ਕੇ ਅਤੇ ਲੋਕ ਆਪਸ ਵਿੱਚ ਜਿਹੜੀਆਂ ਨਾ ਗੱਲਾਂ ਬਾਤਾਂ ਕਰਦੇ ਨੇ, ਠੀਕ ਹੈ, ਇੱਕ ਦੂਜੇ ਦਾ ਸੁੱਖ ਦਰਦ ਵਟਾਉਂਦੇ ਨੇ। ਅਤੇ ਉਹਦੇ ਥੱਲੇ ਬਹਿ ਕੇ, ਟਾਹਲੀ ਦੇ ਥੱਲੇ ਬਹਿ ਕੇ ਕੁਛ ਲੋਕ ਜਿਹੜੇ ਹੁੰਦੇ ਨੇ ਹੀਰ ਵਾਰਿਸ ਸ਼ਾਹ ਜਾਂ ਸੈਫੁਲ ਮਲੂਕ ਦੇ ਬੋਲੀਆਂ ਵੀ ਜਿਹੜੇ ਨਾ ਉਹ ਗਾਉਂਦੇ ਰਹਿੰਦੇ ਨੇ, ਅਤੇ ਇਹਦੀ ਛਾਂ ਨੂੰ ਇੰਜੋਏ ਕਰਦੇ ਨੇ, ਖੇਡਦੇ ਨੇ, ਬੱਚੇ ਖੇਡਦੇ ਨੇ ਆਪਸ ਵਿੱਚ। ਜਾਨਵਰਾਂ ਲਈ ਜੀ ਉਹਨਾਂ ਦਾ ਵੀ ਇੱਕ ਸਾਇਆ ਹੋ ਜਾਂਦਾ ਉੱਥੇ ਟਾਹਲੀ ਦੇ ਥੱਲੇ। ਇਹਦੇ ਥੱਲੇ ਬਹਿ ਕੇ ਪਿੰਡ ਸ਼ਹਿਰ ਸਗੋਂ ਸਾਰੇ ਜਹਾਨ, ਮੇਲਿਆਂ ਠੇਲਿਆਂ, ਸਿਆਸਤ, ਦੁੱਖ ਸੁੱਖ, ਪੀਰਾਂ ਫਕੀਰਾਂ ਦੀਆਂ ਗੱਲਾਂ ਹੁੰਦੀਆਂ ਨੇ। ਦੂਰੋਂ ਆਉਣ ਵਾਲੇ ਵੀ ਥੱਕ ਟੁੱਟੇ ਇਹਦੇ ਥੱਲੇ ਬਹਿ ਜਾਂਦੇ ਨੇ ਸਾਹ ਲੈਣ ਲਈ, ਅਤੇ ਹੁੱਕੇ ਦਾ ਸੂਟਾ ਲਾਉਣ ਲਈ ਵੀ ਬਹਿ ਜਾਂਦੇ ਨੇ। ਅਤੇ ਇੰਝ ਜਿਹੜੀ ਟਾਹਲੀ ਹੈ ਨਾ, ਉਹ ਪਿੰਡ ਦੀ ਜਿਹੜੀ ਸਾਂਝੀ ਟਾਹਲੀ ਹੈ। ਅਤੇ ਇਸ ਟਾਹਲੀ ਦੇ ਥੱਲੇ ਬਹਿ ਕੇ ਅਸ਼ਫਾਕ ਅਹਿਮਦ ਨੂੰ ਜਿਹੜਾ ਨਾ ਉਹ ਕਹਾਣੀ ਵਿੱਚ ਨਾ ਸਾਨੂੰ ਥੋੜ੍ਹੇ ਚਿਰ ਲਈ ਉੱਥੇ ਬਿਠਾਉਂਦੇ ਨੇ, ਅਤੇ ਸਾਨੂੰ ਦੱਸਦੇ ਨੇ ਕਿ ਇਹਦੀ ਸਾਦਾ ਫਿਜ਼ਾ ਜਿਹੜੀ ਖਲੂਸ ਨਾਲ ਰਚੀ ਅਤੇ ਭਰੀ ਹੈ, ਅਤੇ ਵਹਿਮ ਭਰੀ ਹੈ। ਵਹਿਮ ਵੀ ਹੈ ਕਿਉਂਕਿ ਪਿੰਡ ਵਿੱਚ ਵਹਿਮ ਆਮ ਹੁੰਦਾ, ਉਹਦੇ ਬਾਰੇ ਦੱਸਦੇ ਨੇ ਸਾਨੂੰ। ਜਿੱਥੇ ਤਿਤਲੀਆਂ ਤੋਂ, ਸ਼ਹਿਤੀਰ ਅਤੇ ਖੰਭ ਤੋਂ ਡਾਰ ਬਣਾਉਣ, ਉਹਦੇ ਇੱਥੇ ਸਾਦਗੀ ਹੈ ਅਤੇ ਬੇਵਕੂਫੀ ਵੀ ਕਹਿ ਸਕਦੇ ਨੇ, ਕਿ ਕੁਛ ਸਾਦਗੀ ਜਿਹੜੀ ਨਾ ਕਦੇ ਕਦੇ ਉਹ ਬੇਵਕੂਫੀ ਵੱਲ ਵੀ ਟੁਰ ਪੈਂਦੀ ਹੈ। ਅਤੇ ਸ਼ਹਿਰਾਂ ਦੀ ਬਨਾਵਟੀ ਅੰਦਾਜ਼ ਜਿਹੜਾ ਹੈ ਉਹ ਤਹਿਜ਼ੀਬ ਦੇ ਨਾਲ ਨਾਲ ਆਲਾ ਅਖਲਾਕੀ ਕਦਰਾਂ ਤੋਂ ਵੀ ਜਾਣੂ ਕਰਾਇਆ ਹੈ ਅਸ਼ਫਾਕ ਅਹਿਮਦ ਨੇ ਸਾਨੂੰ। ਅੱਛਾ, ਹੁਣ ਡਰਾਮਿਆਂ ਦਾ ਮੁਖਤਸਰ ਵੇਰਵਾ ਹੈ ਜੀ। ਕਹਿੰਦੇ ਨੇ ਜੀ ਆਪ ਉਹ ਦੱਸਦੇ ਨੇ ਕਿ ਜੇ ਡਰਾਮੇ ਜਿਹੜੇ ਨੇ, ਇਹ ਡਰਾਮੇ ਪਲਾਟ ਦੇ ਡਰਾਮੇ ਨੇ, ਠੀਕ ਹੈ। ਫਿਰ ਕਹਿੰਦੇ ਨੇ ਇਹ ਛੋਟੀਆਂ ਛੋਟੀਆਂ ਕਰੈਕਟਰ ਸਟੱਡੀਆਂ ਨੇ। ਫਿਰ ਕਹਿੰਦੇ ਨੇ ਜੀ ਡਰਾਮੇ ਨਹੀਂ ਡਰਾਮੀਆਂ ਨੇ। ਅਤੇ ਫਿਰ ਉਹ ਕਹਿੰਦੇ ਨੇ ਜੀ ਮੈਨੂੰ ਗੰਨਾ ਚੂਪ ਕੇ ਅਤੇ ਪੰਜਾਬੀ ਵਿੱਚ ਲਿਖ ਕੇ ਬੜਾ ਸਵਾਦ ਆਉਂਦਾ, ਠੀਕ ਹੈ। ਇਹ ਉਹਨਾਂ ਦੀ ਆਪਣੀ ਜ਼ੁਬਾਨੀ ਹੈ। ਅੱਛਾ, ਹੁਣ ਡਰਾਮੇ ਨਹੀਂ ਅਤੇ ਪਲਾਟ ਦੇ ਡਰਾਮੇ ਨੇ, ਇਹਦਾ ਮਤਲਬ ਕੀ ਹੈ ਨਾ, ਨੋਰਮਲੀ ਕੀ ਕਿਹਾ ਜਾਂਦਾ ਜੀ, ਹਰ ਚੀਜ਼ ਡੈਫੀਨੇਟਲੀ ਪਲਾਟ ਨਹੀਂ ਹੋਏਗਾ ਅਤੇ
ਮਤਲਬ ਸਾਨੂੰ ਕਿਵੇਂ ਸਮਝ ਆਏਗਾ ਨਾ, ਹਰ ਚੀਜ਼ ਡਰਾਮੇ ਲਿਖਣ ਤੋਂ ਪਹਿਲਾਂ ਇੱਕ ਪਲਾਟ ਹੁੰਦਾ ਹੈ। ਲੇਕਿਨ ਕੀ ਹੈ ਨਾ, ਪਹਿਲਾਂ ਕਿਉਂਕਿ ਇਹਨਾਂ ਨੇ 6 ਡਰਾਮੇ ਲਿਖੇ ਨੇ, ਠੀਕ ਹੈ। ਹੁਣ ਤੱਕ ਹੈ ਜੀ ਇਹਨਾਂ ਦੇ 6 ਡਰਾਮੇ ਸਾਡੇ ਹੱਥ ਲੱਗੇ ਨੇ, ਅਤੇ ਉਹ ਛਾਪਣ ਲਈ 6 ਹੀ ਡਰਾਮੇ ਹੋਏ ਨੇ। ਅਤੇ ਫਿਰ ਜਦੋਂ ਇਹਨਾਂ ਨੂੰ ਬੰਦਾ ਪੜ੍ਹਦਾ ਨਾ, ਕਲਿਆਂ ਕਲਿਆਂ ਪੜ੍ਹੋ, ਅਤੇ ਇਹਨਾਂ ਦਾ ਪਲਾਟ ਜਿਹੜਾ ਨਾ ਉਹ ਹੱਥ ਨਹੀਂ ਲੱਗਦਾ, ਉਹਦਾ ਸਿਰਾ ਨਹੀਂ ਪਤਾ ਲੱਗਦਾ ਕਿ ਕਿੱਥੋਂ ਸ਼ੁਰੂ ਹੈ ਅਤੇ ਕਿੱਥੋਂ ਨਹੀਂ ਹੈ। ਅਤੇ ਫਿਰ ਜਦੋਂ ਇਹਨੂੰ ਪੂਰੇ ਸਾਰਿਆਂ ਡਰਾਮਿਆਂ ਨੂੰ ਨਾ ਇੱਕ ਸੀਰੀਜ਼ ਵਿੱਚ ਪੜ੍ਹਨ ਸ਼ੁਰੂ ਕਰਦੇ ਹੋ ਨਾ, ਇਕੱਠਿਆਂ ਕਰਕੇ ਪੜ੍ਹਿਆ ਜਾਵੇ, ਅਤੇ ਇੰਝ ਲੱਗਦਾ ਜਿਵੇਂ 6 ਡਰਾਮੇ ਵੱਖਰੇ ਵੱਖਰੇ ਨੇ। ਵੱਖਰੇ ਵੱਖਰੇ ਨਹੀਂ, ਸਗੋਂ ਇੱਕ ਲੰਮੇ ਚੌੜੇ ਪਲਾਟ ਦੇ 6 ਮੁਖਤਲਿਫ ਸੀਨ ਨੇ, ਠੀਕ ਹੈ। ਜਦੋਂ ਅਸੀਂ ਇਕੱਠੇ ਪੜ੍ਹੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਲੰਮੀ ਸੀਰੀਜ਼ ਹੈ ਅਤੇ ਉਹਦੇ 6 ਮੁਖਤਲਿਫ ਐਪੀਸੋਡਸ ਨੇ ਜਾਂ ਸੀਨ ਨੇ। ਅਤੇ ਇਸ਼ਫਾਕ ਅਹਿਮਦ ਹੋਰਾਂ ਆਪਣੀ ਸਿਆਣਪ ਨਾਲ ਹਰ ਸੀਨ ਨੂੰ ਇੱਕ ਵੱਖਰਾ ਡਰਾਮਾ ਬਣਾ ਕੇ ਪੇਸ਼ ਕੀਤਾ ਹੈ। ਇਸ ਲਈ ਉਹਨਾਂ ਨੇ ਕਿਹਾ ਹੈ ਜੀ ਡਰਾਮੇ ਪਲਾਟ ਦੇ ਡਰਾਮੇ ਨੂੰ, ਕਿ ਜਦੋਂ ਤੁਸੀਂ ਵੱਖਰੇ ਵੱਖਰੇ ਕਰਕੇ ਪੜ੍ਹੋਗੇ ਤਾਂ ਤੁਹਾਨੂੰ ਸਮਝ ਨਹੀਂ ਆਏਗੀ, ਲੇਕਿਨ ਜਦੋਂ ਤੁਸੀਂ ਇੱਕ ਹੀ ਸੀਰੀਜ਼ ਵਿੱਚ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ। ਡਾਕਟਰ ਸਰਫਰਾਜ਼ ਨੇ ਕਿਹਾ ਜੀ ਇਸੀ ਉੱਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਨਾ ਕਿ ਇਹ ਪੂਰੀ ਇੱਕ ਸੀਰੀਜ਼ ਹੈ ਜਾਂ ਪੂਰੇ ਇੱਕ ਲੰਮੇ ਚੌੜੇ ਕਹਾਣੀ ਦੇ 6 ਮੁਖਤਲਿਫ ਸੀਨ ਨੇ। ਅਤੇ ਡਾਕਟਰ ਸਰਫਰਾਜ਼ ਕਾਜ਼ੀ ਕਹਿੰਦੇ ਨੇ ਜੀ ਪਹਿਲਾ ਪਲਾਟ ਜਿਹੜਾ ਉਹ ਇਬਤਦਾ ਹੈ, 5ਵਾਂ ਡਰਾਮਾ ਜਿਹੜਾ ਉਹ ਨੁਕਤਾ ਅਰੂਜ ਹੈ, ਅਤੇ ਆਖਰੀ ਡਰਾਮਾ ਜਿੱਥੇ ਟਾਲੀ ਵੜ ਦਿੱਤੀ ਜਾਂਦੀ ਹੈ ਉਹ ਇੰਤਹਾ ਹੈ। ਅਤੇ ਇਸ ਤਰ੍ਹਾਂ ਕਰਕੇ ਤੁਹਾਨੂੰ ਸਮਝ ਆਏਗੀ। ਜੇ ਤੁਸੀਂ ਪਹਿਲਾ ਡਰਾਮਾ ਪੜ੍ਹੋ ਤੁਹਾਨੂੰ ਨਹੀਂ ਪਤਾ ਲੱਗਾ ਕਿ ਇਬਤਦਾ ਥੋੜ੍ਹੀ ਸ਼ਾਇਦ ਤੁਹਾਨੂੰ ਸਮਝ ਆ ਜਾਏ, ਦੂਜਾ ਤੀਜਾ ਨਹੀਂ ਪੜ੍ਹਦੇ, ਤੁਸੀਂ 5ਵਾਂ ਪੜ੍ਹਦੇ ਹੋ ਤਾਂ ਤੁਹਾਨੂੰ ਤਾਂ ਵੀ ਨਹੀਂ ਪਤਾ ਲੱਗੇਗਾ ਕਿ ਕੀ ਚੱਲ ਰਿਹਾ। ਫਿਰ ਕਿ ਜੀ ਇਹ ਡਰਾਮੇ ਨਹੀਂ, ਛੋਟੀ ਛੋਟੀ ਕਰੈਕਟਰ ਸਟੱਡੀਆਂ ਨੇ। ਕਰੈਕਟਰ ਸਟੱਡੀਜ਼ ਕਿਵੇਂ ਕਿ ਜੀ ਹਰ ਕੈਰੈਕਟਰ ਦੀ ਆਪਣੇ ਆਪ ਵਿੱਚ ਉਹਦੇ ਜਿਹੜਾ ਨਾ ਪੂਰੀ ਇੱਕ ਕੈਰੈਕਟਰ ਸਟੱਡੀ ਹੈ ਕਿ ਉਹ ਪੂਰੇ ਆਪਣੀ ਆਪ ਹਯਾਤੀ ਨੂੰ ਦੱਸ ਰਿਹਾ। ਇਸ ਦਾਅਵੇ ਦੀ ਦਲੀਲ ਚੌਥਾ ਅਤੇ 5ਵਾਂ ਡਰਾਮੇ ਨੇ। ਜਿਵੇਂ ਚੌਥੇ ਡਰਾਮੇ ਵਿੱਚ ਦੱਸਿਆ ਗਿਆ ਕਿ ਉਹਦੇ ਵਿੱਚ ਕਰੈਕਟਰਸ ਨੇ ਰਜ਼ੀਆ, ਨਾਹੀਦ ਅਤੇ ਜਮੀਲ, ਠੀਕ ਹੈ। 3 ਕਰੈਕਟਰ ਨੇ ਜਿਹੜੇ ਸ਼ਹਿਰੀ ਨੇ ਅਤੇ ਖੁਦ ਨੂੰ ਤਰੱਕੀ ਪਸੰਦ ਅਤੇ ਤਹਿਜ਼ੀਬ ਯਾਫਤਾ ਸਮਝਦੇ ਨੇ। ਅਤੇ ਦੂਜੇ ਤਰਫ ਆ ਜਾਂਦੇ ਨੇ ਦਿੱਤਾ ਅਤੇ ਖੀਰਾ, ਅਤੇ ਉਹ ਪੇਂਡੂ ਨੇ, ਉਹ ਜੱਟ, ਜਾਹਿਲ ਅਤੇ ਗਵਾਰ ਸਮਝਦੇ ਨੇ, ਠੀਕ ਹੈ। ਅਤੇ 2 ਮੁਖਤਲਿਫ ਹੋ ਗਏ, ਇੱਕ ਸ਼ਹਿਰੀ ਰਹਿਤਲ ਦੱਸ ਦਿੱਤੀ, ਇੱਕ ਪੇਂਡੂ ਰਹਿਤਲ ਦੱਸ ਦਿੱਤੀ। ਇਸ ਤਰ੍ਹਾਂ 2 ਤਹਿਜ਼ੀਬਾਂ ਦੇ ਕਿਰਦਾਰਾਂ ਦੀ ਕੰਪੈਰੇਟਿਵ ਕੈਰੈਕਟਰ ਸਟੱਡੀ ਬਣ ਜਾਂਦਾ ਹੈ। ਅਤੇ 5ਵੇਂ ਡਰਾਮੇ ਵਿੱਚ ਮੋਲੂ ਦਾ ਨੂਰਾਂ 'ਤੇ ਵੀ ਨਾਲ ਰੁੱਸ ਜਾਣਾ ਵੀ ਕਰੈਕਟਰ ਸਟੱਡੀ ਹੈ। ਹਵਾਲਾ ਕਿ ਭਈ ਬੰਦਾ ਬੁੱਢਾ ਹੋ ਜਾਵੇ ਤਾਂ ਆਦਤਾਂ ਬਾਲਾਂ ਵਾਂਗਰ ਹੋ ਜਾਂਦੀਆਂ ਨੇ, ਠੀਕ ਹੈ। 5ਵੇਂ ਵਿੱਚ ਵੀ ਜਿਹੜਾ ਉਹ ਇੱਕ ਅੱਗੇ ਮੈਂ ਤੁਹਾਨੂੰ ਦੱਸਾਂਗੀ ਕਿ ਇੱਕ ਕੈਰੈਕਟਰ ਹੁੰਦਾ, ਇੱਕ ਬੰਦਾ ਹੁੰਦਾ, ਆਪਣੀ ਬੀਵੀ ਤੋਂ ਰੁੱਸ ਜਾਂਦਾ ਹੈ। ਕਿਉਂਕਿ ਉਹਨੂੰ ਲੱਗਦਾ ਹੈ ਜੀ ਉਹਨੇ ਪਹਿਲੇ ਆਪਣੇ ਬਾਲ ਨੂੰ ਖਾਣਾ ਦਿੱਤਾ ਹੈ, ਬੀਵੀ ਨੇ, ਔਰਤ ਨੇ, ਮਾਂ ਨੇ ਆਪਣੇ ਬਾਲ ਨੂੰ ਖਾਣਾ ਦਿੱਤਾ ਅਤੇ ਸ਼ੌਹਰ ਨੂੰ ਨਹੀਂ ਪੁੱਛਿਆ, ਅਤੇ ਇਸ ਤਰ੍ਹਾਂ ਕਰਕੇ ਉਹ ਰੁੱਸ ਜਾਂਦਾ। ਅਤੇ ਉਹ ਇਸ ਹਵਾਲੇ ਨਾਲ ਦੱਸ ਦੇਣਾ ਕਿ ਜੀ ਬੰਦਾ ਜਦੋਂ ਬੁੱਢਾ ਹੋ ਜਾਂਦਾ ਅਤੇ ਉਹਦੀ ਆਦਤਾਂ ਜਿਹੜੀਆਂ ਬੱਚਿਆਂ ਵਾਂਗਰ ਹੋ ਜਾਂਦੀਆਂ ਨੇ। ਸਹੀ ਹੋ ਗਿਆ। ਅਗਲਾ ਹੈ ਜੀ ਡਰਾਮੇ ਨਹੀਂ ਡਰਾਮੀਆਂ ਨੇ। ਅੱਛਾ, ਹੁਣ ਇਹਦੇ ਵਿੱਚ ਅਸੀਂ 6 ਡਰਾਮੇ, ਜਿਹੜੇ 6 ਦੇ 6 ਡਰਾਮੇ ਨੇ ਉਹ ਅਸੀਂ ਡਿਸਕਸ ਕਰਾਂਗੇ। ਇਸ਼ਫਾਕ ਅਹਿਮਦ ਦੇ ਡਰਾਮੇ ਸਾਡੀ ਰਹਿਤਲ ਬਹਿਤਲ ਦਾ ਉਹ ਸ਼ੀਸ਼ਾ ਨੇ ਜਿਹਦੇ ਵਿੱਚ ਸਾਡਾ ਆਪਣਾ ਆਪ ਸਾਫ਼ ਨਜ਼ਰੀ ਆਉਂਦਾ ਹੈ, ਅਤੇ ਅਸੀਂ ਆਪਣੇ ਸਮਾਜ ਦਾ ਮੂੰਹ ਮੁਹਾਂਦਰਾ ਸਾਫ਼ ਵੇਖ ਸਕਦੇ ਹਾਂ। ਜਿਵੇਂ ਕਿ ਪਹਿਲਾ ਡਰਾਮਾ ਹੈ ਸਾਦਗੀ ਅਤੇ ਜਹਾਲਤ ਬਾਰੇ ਲਿਖਿਆ ਗਿਆ ਪਹਿਲਾ ਡਰਾਮਾ, ਠੀਕ ਹੈ। ਮੈਂ ਛੋਟੇ ਛੋਟੇ ਪੁਆਇੰਟਸ ਬਣਾਏ ਨੇ ਅਤੇ ਹੋਪਫੁਲੀ ਤੁਹਾਨੂੰ ਸਮਝ ਆ ਰਿਹਾ ਹੋਏਗਾ। ਇਹਦੇ ਵਿੱਚ ਕਿਹੜਾ ਜੀ ਸਾਦਗੀ ਅਤੇ ਜਹਾਲਤ, ਇਸ ਤਰ੍ਹਾਂ ਇਹਨੂੰ ਕਿਹਾ ਗਿਆ ਜਿਵੇਂ 2 ਕੈਰੈਕਟਰਸ ਨੇ, ਇੱਕ ਹੈ ਜੀ ਮਹਿਰਾ ਅਤੇ ਦੂਜੇ ਦਾ ਨਾਂ ਹੈ ਕਰੀਮੂ। ਇਹ ਕਿਹੜੇ ਜੀ ਸੁਣੀ ਸੁਣਾਈ ਗੱਲਾਂ 'ਤੇ ਯਕੀਨ ਰੱਖਦੇ ਨੇ, ਠੀਕ ਹੈ। ਬਾਗੂ ਇੱਕ ਅਲੱਗ ਕੈਰੈਕਟਰ ਹੈ, ਉਹ ਮਿਲਦਾ ਹੈ ਜਿਹੜਾ ਆਪਣਿਆਂ ਸਦਰਿਆਂ ਦੇ ਲਾਟਾਂ ਕੱਢੇ ਲੰਬੂ ਨਾਲ ਨੂਰੀ ਅਤੇ ਤੁਫੈਲ ਦੇ ਦਾਮਨ ਨੂੰ ਸਾੜਨਾ ਚਾਹੁੰਦਾ ਹੈ। ਨੂਰੀ ਅਤੇ ਤੁਫੈਲ ਫਿਰ ਇੱਕ ਅਲੱਗ 2 ਕੈਰੈਕਟਰਸ ਨੇ। ਮਹਿਰਾ ਅਤੇ ਕਰੀਮੂ ਉਹ ਸੁਣੀ ਸੁਣਾਈ ਗੱਲਾਂ 'ਤੇ ਯਕੀਨ ਰੱਖਦੇ ਨੇ, ਠੀਕ ਹੈ। ਅਤੇ ਉਹ ਅੱਗੇ ਵਧਾਉਂਦੀਆਂ ਨੇ ਗੱਲਾਂ, ਜਿਵੇਂ ਸਾਡੇ ਪਿੰਡਾਂ ਵਿੱਚ ਹੁੰਦਾ ਹੈ, ਇੱਕ ਨੂੰ ਗੱਲ ਦੱਸੀ ਅਤੇ ਉਹ ਪੂਰੇ ਸ਼ਹਿਰ ਵਿੱਚ, ਪੂਰੇ ਮੁਹੱਲੇ ਵਿੱਚ ਫੈਲ ਜਾਂਦੀ ਹੈ। ਇਸੇ ਤਰ੍ਹਾਂ ਨੂਰੀ ਅਤੇ ਤੁਫੈਲ ਕਿਹੜੇ ਨੇ, ਉਹ 2 ਲੋਕ ਨੇ, ਨੂਰੀ ਮੁੰਡਾ ਕੁੜੀ ਨੇ, ਠੀਕ ਹੈ। ਇਹ ਡਰਾਮਾ ਕਿਹੜਾ ਹੈ ਜੀ ਨੂਰੀ ਅਤੇ ਤੁਫੈਲ ਦੇ ਪਿਆਰ ਦੀ ਕਹਾਣੀ ਹੈ। ਉਹ ਪਿਆਰ ਜਿਹੜਾ ਉਹਨਾਂ ਦੇ ਵਿੱਚ ਮੌਜੂਦ ਨਹੀਂ ਸੀ, ਪਰ ਉਹ ਕਿਵੇਂ ਡਿਵੈਲਪ ਹੋਏ ਲੋਕਾਂ ਦੀਆਂ ਅਫਵਾਹਾਂ ਤੋਂ
ਤੰਗ ਪੈ ਕੇ ਟਾਹਲੀ ਦੇ ਥੱਲੇ ਉਹ ਗਿਲੇ ਸ਼ਿਕਵੇ ਕਰਦੇ ਨੇ ਅਤੇ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ। ਠੀਕ ਹੈ, ਆਹਿਸਤਾ ਆਹਿਸਤਾ। ਪਹਿਲੇ ਇਸ ਤਰ੍ਹਾਂ ਨਹੀਂ ਸੀ, ਪਰ ਲੋਕਾਂ ਨੇ ਗੱਲਾਂ ਕਰਨਾ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨੂੰ ਵੀ ਆਪਸ ਵਿੱਚ ਗੱਲਾਂ ਸੁਣਾ ਕੇ ਉਹਨਾਂ ਨੂੰ ਪਿਆਰ ਹੋ ਜਾਂਦਾ ਹੈ। ਦੂਜਾ ਡਰਾਮਾ ਜਿਹੜਾ ਉਹ ਵਾਕਿਆਤੀ ਡਰਾਮਾ ਹੈ। ਨਸ਼ਈਆਂ ਦੀ ਕਹਾਣੀ ਹੈ ਕਮਾਲ ਅਤੇ ਫਿਰੋਜ਼। ਠੀਕ ਹੈ, ਉੱਥੇ ਉਹ ਗੱਪਸ਼ਪ ਕਰਨ 'ਤੇ ਰੁਕਦੇ ਨੇ। ਫਿਰ ਇੱਕ ਬੰਦਾ ਆਉਂਦਾ ਸ਼ਿਕਾਰੀ, ਮੋਟਰਸਾਈਕਲ ਠੀਕ ਕਰਨ ਲਈ ਉੱਥੇ ਖਲੋਂਦਾ ਹੈ। ਆਪਸ ਵਿੱਚ ਥੋੜ੍ਹੀ ਬੜਕਾਂ ਛੜਕਾਂ ਮਾਰਦੇ ਨੇ। ਕਿਸੇ ਕਹਾਣੀਆਂ ਐਵੇਂ ਜਿਹੜੀ ਨਾ ਮਨ ਘੜਤ ਕਹਾਣੀਆਂ ਜਿਹੜੀਆਂ ਨਾ ਉਹ ਦੱਸਦੇ ਨੇ। ਫਿਰ ਕਿ ਉਹਨਾਂ ਦੀਆਂ ਬੀਵੀਆਂ ਆਉਂਦੀਆਂ ਨੇ, ਉਹ ਵੇਖਦੇ ਨੇ ਜੋ ਸ਼ਿਕਾਰੀ ਮੁੰਡਾ ਖਲੋਤਾ ਉਹਨਾਂ ਦੇ ਕੋਲ, ਉਹ ਹੀ ਇਹਨਾਂ ਨੂੰ ਬੂਟੀ ਬਣਾ ਕੇ ਦਿੰਦਾ। ਅਤੇ ਉਹ ਜਿਹੜੇ ਬੜੀ ਬੜਕਾਂ ਮਾਰ ਰਹੇ ਸਨ, ਸ਼ੇਰ ਦੀਆਂ ਸ਼ਿਕਾਰ ਦੀਆਂ ਗੱਲਾਂ ਕਰ ਰਹੇ ਸਨ, ਅਤੇ ਉਹ ਤਾਂ ਨੱਸ ਜਾਂਦੇ ਜਦੋਂ ਆਪਣੀ ਬੀਵੀਆਂ ਨੂੰ ਵੇਖਦੇ ਨੇ। ਅਤੇ ਉਹ ਜਿਹੜਾ ਸ਼ਿਕਾਰੀ ਮੁੰਡਾ ਹੁੰਦਾ ਮੋਟਰਸਾਈਕਲ ਉੱਤੇ, ਉਹਦੀ ਕੁੱਟ ਲੱਗ ਜਾਂਦੀ ਹੈ ਬੀਵੀਆਂ ਹੱਥੋਂ। ਠੀਕ ਹੈ, ਇਹ ਸਾਰਾ ਜੀ ਵਾਕਿਆਤੀ ਡਰਾਮਾ ਹੈ। ਠੀਕ ਹੈ,